मेरी माँ मेरे पापा ਦੇ ਕਮਰੇ ਵਿੱਚ ਸੌਣਾ ਨਹੀਂ ਚਾਹੁੰਦੀ ਸੀ। ਜਿਸ ਦਿਨ ਮਾਂ ਪਾਪਾ ਦੇ ਕਮਰੇ ਵਿੱਚ ਸੌਣ ਲਈ ਜਾਂਦੀ ਤਾਂ ਸਵੇਰੇ ਰੋਂਦੀ ਹੋਈ ਕਮਰੇ ਵਿੱਚੋਂ ਨਿਕਲਦੀ। ਇੱਕ ਦਿਨ ਮੈਂ ਚੋਰੀ ਛੁਪੇ ਉਹਨਾਂ ਦੇ ਕਮਰੇ ਵਿੱਚ ਪਰਦੇ ਪਿੱਛੇ ਲੁਕ ਗਈ, ਇਹ ਦੇਖਣ ਲਈ ਕਿ ਆਖਿਰ ਪਾਪਾ ਮਾਂ ਦੇ ਨਾਲ ਕੀ ਕਰਦੇ ਸੀ, ਕਿਉਂਕਿ ਉਹਨਾਂ ਦੇ ਕਮਰੇ ਵਿੱਚੋਂ ਨਿਕਲਦੇ ਹੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਹੁੰਦੇ ਸੀ। ਫਿਰ ਉਸ ਦਿਨ ਜੋ ਮੈਂ ਦੇਖਿਆ, ਮੇਰੇ ਹੋਸ਼ ਉੱਡ ਗਏ। मैं 15-16 ਸਾਲ ਦੀ ਹੋ ਗਈ ਸੀ ਅਤੇ ਹੁਣ ਬਹੁਤ ਸਾਰੀਆਂ ਗੱਲਾਂ ਸਮਝਣ ਲੱਗ ਗਈ ਸੀ। ਮੈਨੂੰ ਮੇਰੀ ਮਾਂ ਅਤੇ ਪਾਪਾ ਨੂੰ ਦੇਖ ਕੇ ਇਹ ਸਮਝ ਨਹੀਂ ਆਉਂਦਾ ਸੀ ਤੇ ਮਾਂ ਜਦੋਂ ਕਮਰੇ ਵਿੱਚੋਂ ਨਿਕਲਦੀ ਤਾਂ ਰੋ ਰਹੀ ਹੁੰਦੀ ਅਤੇ ਪਾਪਾ ਜਦੋਂ ਕਮਰੇ ਵਿੱਚੋਂ ਆਉਂਦੇ ਉਹਨਾਂ ਦੇ ਚਿਹਰੇ ਤੇ ਅਲੱਗ ਹੀ ਖੁਸ਼ੀ ਹੁੰਦੀ। ਮੈਂ 10ਵੀਂ ਕਲਾਸ ਵਿੱਚ ਪੜ੍ਹਦੀ ਸੀ। ਮੈਂ ਸਕੂਲ ਜਾਂਦੀ ਤਾਂ ਸਾਰਾ ਦਿਨ ਮੇਰੇ ਦਿਮਾਗ ਵਿੱਚ ਆਪਣੇ ਮਾਂ ਤੇ ਪਾਪਾ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ। मैं कदे भी पापा नूं परेशान अते बेचैन हुंदे नहीं देखिया सी, पर मां नूं देख के लगदा कि इन्हां नूं किसी भी पल कुछ भी हो सकदा है। अक्सर नाश्ता बनाउंदे होए मैं अपनी मां नूं कंबदे होए देखदी। मेरा दिल करदा सी कि मैं मां तो पुछ लवां कि पापा तुहाडे नाल इहो जिहा की करदे हन जिस नाल तुहाडा बुरा हाल हो जांदा है। पर पापा दे नाम तो ही मेरी मां दे चेहरे ते खौफ नज़र आउण लग जांदा। माँ पापा दे कमरे विच सौण तो कतराउंदी, बल्कि वो मेरे नाल ही सोना चाहुंदी। कदे कदे जबरदस्ती पापा माँ नूं अपने कमरे विच लै जांदे। माँ उन्हां नूं मना करन दी बहुत कोशिश करदी, पर पापा उन्हां दी इक ना सुणदे। अपनी माँ दी ये हालत देख के मेरा दिल चाहुंदा कि मैं अजिहा की करां कि माँ नूं पापा दे कमरे विच ना जाना पवे, पर मैं चाह के भी कुछ अजिहा नहीं कर सकदी सी, क्योंकि पापा मेरे सामने तो माँ दे नाल बहुत ही प्यार नाल पेश आउंदे। अपने घर दे इस माहौल की वजह नाल मैं अपने एग्जाम विचों फेल हो गई। मैं पढ़न विच बहुत हुशियार सी, पर घर दा माहौल इन्ना ज़्यादा गंदा होने कारण मेरे तो पढ़िया ना गया ते मैं फेल हो गई। माँ जदों भी पापा दे कमरे विचों निकलदी तां उसदा हुलिया बहुत ही अजीब जिहा हुंदा। खिलरे हुए वाल अते फटे हुए कपड़े एक अजिही दास्तां सुना रहे हुंदे। ਇਹ ਸਿਲਸਿਲਾ ਥੋੜਾ ਟਾਈਮ ਪਹਿਲਾਂ ਹੀ ਸ਼ੁਰੂ ਹੋਇਆ ਸੀ। ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਜਾ ਰਹੀ ਸੀ, ਮੇਰੇ ਲਈ ਇਹ ਸਭ ਬਹੁਤ ਅਜੀਬ ਸੀ। ਜੇ ਮੈਂ ਮਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਦੀ, ਉਹ ਮੈਨੂੰ ਜਵਾਬ ਦਿੱਤੇ ਬਗੈਰ ਹੀ ਡਾਂਟ ਦਿੰਦੀ। ਇੱਕ ਦਿਨ ਸਾਡੇ ਘਰ ਦੂਰ ਦੇ ਰਿਸ਼ਤੇਦਾਰ ਆਏ ਹੋਏ ਸੀ। ਉਸ ਦਾ ਨਾਮ ਵਿਜੇ ਸੀ। ਉਹ ਮੇਰੀ ਮਾਂ ਦੇ ਜਾਣ ਪਛਾਣ ਵਿੱਚੋਂ ਸੀ। ਵਿਜੇ ਅੰਕਲ ਅਕਸਰ ਹੀ ਸਾਡੇ ਘਰ ਵਿੱਚ ਆਇਆ ਕਰਦੇ ਸੀ ਤੇ ਮੇਰੀ ਮਾਂ ਉਸ ਨਾਲ ਬਹੁਤ ਖੁਸ਼ ਰਹਿੰਦੀ ਸੀ। ਮੈਂ ਸੋਚਦੀ ਸੀ ਕਿ ਵਿਜੇ ਅੰਕਲ ਕਿੰਨੇ ਚੰਗੇ ਆਦਮੀ ਨੇ ਤੇ ਇੱਕ ਮੇਰਾ ਬਾਪ ਜੋ ਵਧੀਆ ਆਦਮੀ ਨਹੀਂ ਹੈ, ਉਹ ਮੇਰੀ ਮਾਂ ਦੀ ਤਕਲੀਫ ਦੀ ਵਜ੍ਹਾ ਹੈ। ਇਸ ਗੱਲ ਦੇ ਨਾਲ ਆਪਣੇ ਬਾਪ ਦੇ ਲਈ ਮੇਰੇ ਦਿਲ ਵਿੱਚ ਨਫ਼ਰਤ ਪੈਦਾ ਹੋ ਗਈ ਸੀ। ਉਦੋਂ ਅੰਕਲ ਮੇਰੀ ਮਾਂ ਨੂੰ ਬਹੁਤ ਖੁਸ਼ ਰੱਖਦੇ ਸੀ। ਉਹ ਮੇਰੀ ਮਾਂ ਨੂੰ ਅਕਸਰ ਮਿਲਣ ਆਇਆ ਕਰਦੇ, ਪਰ ਇਹ ਗੱਲ ਮੇਰੇ ਪਾਪਾ ਨੂੰ ਨਹੀਂ ਪਤਾ ਸੀ ਕਿ ਵਿਜੇ ਅੰਕਲ ਸਾਡੇ ਘਰ ਆਇਆ ਕਰਦੇ ਹਨ। ਵਿਜੇ ਅੰਕਲ ਮੈਨੂੰ ਬਹੁਤ ਚੰਗੇ ਲੱਗਦੇ, ਕਿਉਂਕਿ ਉਹ ਜਦੋਂ ਵੀ ਆਉਂਦੇ ਤਾਂ ਮੈਂ ਉਹਨਾਂ ਨਾਲ ਗੱਲ ਕਰਕੇ ਬਹੁਤ ਖੁਸ਼ ਹੋ ਜਾਇਆ ਕਰਦੀ ਸੀ। ਇੱਕ ਰਾਤ ਮੈਂ ਤੇ ਮਾਂ ਨੇ ਆਪਣਾ ਬਿਸਤਰਾ ਵਿਛਾਇਆ ਅਤੇ ਮਾਂ ਦੇ ਨਾਲ ਅੱਖਾਂ ਬੰਦ ਕਰਕੇ ਪੈ ਗਈ। ਥੋੜੀ ਦੇਰ ਬਾਅਦ ਪਾਪਾ ਮੇਰੇ ਕਮਰੇ ਵਿੱਚ ਆਇਆ ਤੇ ਮਾਂ ਨੂੰ ਆਪਣੇ ਨਾਲ ਚੱਲਣ ਲਈ ਕਿਹਾ। ਮਾਂ ਨੇ ਦੱਬੇ ਹੋਏ ਲਫ਼ਜ਼ਾਂ ਨਾਲ ਇਨਕਾਰ ਕਰ ਦਿੱਤਾ। ਮੈਂ ਅੱਖਾਂ ਬੰਦ ਕਰਕੇ ਪਈ ਹੋਈ ਸੀ। ਮੈਂ ਸੁਣਨਾ ਚਾਹੁੰਦੀ ਸੀ ਕਿ ਪਾਪਾ ਮਾਂ ਨੂੰ ਕੀ ਕਹਿੰਦੇ ਨੇ। ਪਾਪਾ ਨੇ ਮਾਂ ਦੀ ਇੱਕ ਨਾ ਸੁਣੀ ਤੇ ਹੱਥ ਫੜ ਕੇ ਆਪਣੇ ਕਮਰੇ ਵਿੱਚ ਲੈ ਗਏ। ਮੈਨੂੰ ਇਹ ਸਭ ਦੇਖ ਕੇ ਅਜੀਬ ਜਿਹੀ ਘਬਰਾਹਟ ਹੋਣ ਲੱਗੀ। ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਪਾਣੀ ਪੀਣ ਕਿਚਨ ਦੇ ਵੱਲ ਗਈ ਤਾਂ ਦੇਖਿਆ ਮਾਂ ਪਾਪਾ ਦੇ ਕਮਰੇ ਵਿੱਚੋਂ ਨਿਕਲੀ। ਉਹਨਾਂ ਦੇ ਨਿਕਲਦੇ ਹੀ ਮੈਂ ਗਹਿਰੀ ਨਿਗਾਹ ਨਾਲ ਉਹਨਾਂ ਨੂੰ ਦੇਖਿਆ। ਉਹਨਾਂ ਦੇ ਕੱਪੜੇ ਫਟੇ ਹੋਏ ਸੀ। ਮਾਂ ਮੈਨੂੰ ਦੇਖ ਕੇ ਘਬਰਾ ਗਈ ਤੇ ਮੈਨੂੰ ਪੁੱਛਣ ਲੱਗੀ, ਤੂੰ ਇੰਨੀ ਰਾਤ ਨੂੰ ਇੱਥੇ ਕੀ ਕਰ ਰਹੀ ਹੈ? ਮੈਂ ਕਿਹਾ, ਮੈਂ ਪਾਣੀ ਪੀਣ ਲਈ ਆਈ ਸੀ। ਉਹ ਮੇਰੇ ਕਮਰੇ ਵਿੱਚ ਸੌਣ ਲਈ ਆ ਗਈ। ਮੈਂ ਸੌਣ ਲਈ ਅੱਖਾਂ ਬੰਦ ਕੀਤੀਆਂ, ਪਰ ਮੈਨੂੰ ਆਪਣੀ ਮਾਂ ਦੀਆਂ ਸਿਸਕੀਆਂ ਸੁਣਾਈ ਦੇ ਰਹੀਆਂ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਉੱਠ ਕੇ ਆਪਣੀ ਮਾਂ ਨੂੰ ਤਸੱਲੀ ਦੇਵਾਂ ਅਤੇ ਮਨ ਵਿੱਚ ਆਏ ਹੋਏ ਸਾਰੇ ਸਵਾਲ ਪੁੱਛਾਂ, ਪਰ ਮੈਂ ਆਪਣੀ ਜਗ੍ਹਾ ਖਾਮੋਸ਼ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਘਰ ਇਹ ਸਭ ਕੀ ਹੋ ਰਿਹਾ ਹੈ। ਸਵੇਰੇ ਜਦੋਂ ਵੀ ਮੈਂ ਸੋ ਕੇ ਉੱਠੀ ਤਾਂ ਆਪਣੇ ਪਾਪਾ ਨੂੰ ਦੇਖ ਕੇ
ਮੈਨੂੰ ਨਫ਼ਰਤ ਹੋ ਰਹੀ ਸੀ। ਉਹਨਾਂ ਦੇ ਸਾਹਮਣੇ ਨਾਸ਼ਤਾ ਰੱਖਿਆ ਅਤੇ ਮੈਂ ਸਕੂਲ ਚਲੀ ਗਈ। ਸਾਰਾ ਦਿਨ ਸਕੂਲ ਵਿੱਚ ਵੀ ਮੇਰਾ ਦਿਮਾਗ ਮਾਂ ਦੇ ਪਾਟੇ ਹੋਏ ਕੱਪੜਿਆਂ 'ਤੇ ਸੀ। ਸਕੂਲ ਦੀ ਵਾਪਸੀ 'ਤੇ ਮੈਨੂੰ ਰਸਤੇ ਵਿੱਚ ਵਿਜੇ ਅੰਕਲ ਮਿਲੇ। ਮੈਨੂੰ ਦੇਖਦੇ ਹੀ ਉਹਨਾਂ ਨੇ ਮੈਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ। ਮੈਂ ਬਿਨਾਂ ਸੋਚੇ ਸਮਝੇ ਉਹਨਾਂ ਦੀ ਗੱਡੀ ਵਿੱਚ ਬੈਠ ਗਈ। ਵਿਜੇ ਅੰਕਲ ਨੇ ਮੈਨੂੰ ਗੌਰ ਨਾਲ ਦੇਖਿਆ ਤੇ ਪੁੱਛਿਆ ਕਿ ਤੂੰ ਪਰੇਸ਼ਾਨ ਲੱਗ ਰਹੀ ਹੈ, ਆਖਿਰ ਦੱਸ ਕੀ ਗੱਲ, ਤੂੰ ਇੰਨੀ ਪਰੇਸ਼ਾਨ ਕਿਉਂ ਹੈ? ਮੈਂ ਇਸ ਕਦਰ ਜਜ਼ਬਾਤੀ ਹੋ ਗਈ ਕਿ ਵਿਜੇ ਅੰਕਲ ਨੂੰ ਸਾਰੀ ਗੱਲ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਵਿਜੇ ਅੰਕਲ ਕਹਿਣ ਲੱਗੇ, ਜੇ ਤੇਰੀ ਮਾਂ ਨੂੰ ਇੰਨੀ ਤਕਲੀਫ ਹੈ ਤਾਂ ਤੂੰ ਆਪਣੀ ਮਾਂ ਨੂੰ ਉਸ ਜ਼ਾਲਮ ਬਾਪ ਕੋਲੋਂ ਆਜ਼ਾਦ ਕਿਉਂ ਨਹੀਂ ਕਰਵਾ ਦਿੰਦੀ? ਕਦੋਂ ਤੱਕ ਤੁਸੀਂ ਦੋਨੋਂ ਇਹ ਜ਼ੁਲਮ ਸਹਿੰਦੇ ਰਹੋਗੇ? ਵਿਜੇ ਅੰਕਲ ਦੀਆਂ ਇਹ ਗੱਲਾਂ ਮੈਨੂੰ ਵਧੀਆ ਨਹੀਂ ਲੱਗੀਆਂ, ਕਿਉਂਕਿ ਮੈਂ ਆਪਣੇ ਪਾਪਾ ਨੂੰ ਬਿਲਕੁਲ ਵੀ ਛੱਡਣਾ ਨਹੀਂ ਚਾਹੁੰਦੀ ਸੀ। ਕਿਉਂਕਿ ਮੇਰੇ ਪਾਪਾ ਨੇ ਮੇਰੇ ਨਾਲ ਕਦੇ ਉੱਚੀ ਆਵਾਜ਼ ਵਿੱਚ ਗੱਲ ਨਹੀਂ ਕੀਤੀ ਸੀ, ਤਾਂ ਫਿਰ ਮੈਂ ਆਪਣੇ ਪਾਪਾ ਨੂੰ ਜ਼ਾਲਮ ਕਿਵੇਂ ਕਹਿ ਸਕਦੀ ਸੀ? ਮੈਂ ਤਾਂ ਇਹ ਵੀ ਨਹੀਂ ਜਾਣਦੀ ਸੀ ਕਿ ਬੰਦ ਦਰਵਾਜ਼ੇ ਦੇ ਪਿੱਛੇ ਮੇਰੀ ਮਾਂ ਅਤੇ ਪਾਪਾ ਵਿੱਚ ਆਖਰ ਕੀ ਗੱਲ ਹੁੰਦੀ ਹੈ। ਵਿਜੇ ਅੰਕਲ ਦੀ ਗੱਲ ਸੁਣ ਕੇ ਮੈਂ ਸੋਚਾਂ ਦੇ ਸਮੁੰਦਰ ਵਿੱਚ ਡੁੱਬ ਗਈ। ਬਹੁਤ ਸੋਚਣ ਵਿਚਾਰਨ ਤੋਂ ਬਾਅਦ ਮੈਨੂੰ ਪਾਪਾ ਦੀ ਕੋਈ ਅਜਿਹੀ ਗੱਲ ਯਾਦ ਨਹੀਂ ਆਈ ਜਿਸ ਨਾਲ ਮੈਂ ਉਹਨਾਂ ਨੂੰ ਗਲਤ ਸਾਬਤ ਕਰਦੀ। ਮਾਂ ਦੀ ਤੜਪ ਅਤੇ ਉਸ ਦੀ ਇਹ ਹਾਲਤ ਹੀ ਪਾਪਾ ਨੂੰ ਜ਼ਾਲਿਮ ਸਾਬਤ ਕਰਦੀ ਸੀ। ਵਿਜੇ ਅੰਕਲ ਨੇ ਮੈਨੂੰ ਘਰ ਛੱਡ ਦਿੱਤਾ ਅਤੇ ਮੈਂ ਬਹੁਤ ਥੱਕੀ ਹੋਈ ਸੀ, ਇਸ ਲਈ ਆਰਾਮ ਕਰਨ ਲਈ ਆਪਣੇ ਕਮਰੇ ਵਿੱਚ ਚਲੀ ਗਈ। ਮੇਰੇ ਦਿਮਾਗ ਅੰਦਰ ਵਿਜੇ ਅੰਕਲ ਦੀਆਂ ਕਈਆਂ ਗੱਲਾਂ ਚੱਲ ਰਹੀਆਂ ਸੀ, ਪਰ ਮੈਨੂੰ ਯਾਦ ਆਇਆ ਜੋ ਇੱਕ ਵਾਰ ਸਾਡੇ ਟੀਚਰ ਨੇ ਦੱਸਿਆ ਸੀ ਕਿ ਕਦੇ ਵੀ ਪੂਰਾ ਸੱਚ ਜਾਣੇ ਬਗੈਰ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ, ਕਿਉਂਕਿ ਅੱਧਾ ਸੱਚ ਬਹੁਤ ਖਤਰਨਾਕ ਹੁੰਦਾ ਹੈ ਜੋ ਇਨਸਾਨ ਨੂੰ ਬਰਬਾਦ ਕਰਕੇ ਰੱਖ ਦਿੰਦਾ ਹੈ। ਟੀਚਰ ਦੀ ਉਹ ਗੱਲ ਨੇ ਮੇਰੇ ਦਿਮਾਗ ਦੀ ਇੱਕ ਖਿੜਕੀ ਹੋਰ ਖੋਲ੍ਹ ਦਿੱਤੀ। ਮੈਂ ਸੋਚ ਲਿਆ ਸੀ ਕਿ ਮੈਂ ਹੁਣ ਪਾਪਾ ਦਾ ਪੂਰਾ ਸੱਚ ਜਾਣ ਕੇ ਰਹਾਂਗੀ, ਫਿਰ ਆਪਣੀ ਮਾਂ ਨੂੰ ਲੈ ਕੇ ਪਾਪਾ ਦੀ ਜ਼ਿੰਦਗੀ ਤੋਂ ਬਹੁਤ ਦੂਰ ਚਲੀ ਜਾਵਾਂਗੀ। ਅਗਲੀ ਰਾਤ ਮੈਂ ਇਹ ਸਭ ਪਤਾ ਕਰਨ ਲਈ ਆਪਣੇ ਮਾਂ-ਬਾਪ ਦੇ ਕਮਰੇ ਵਿੱਚ ਪਰਦੇ ਪਿੱਛੇ ਲੱਗ ਕੇ ਖੜ ਗਈ। ਪਾਪਾ ਕਮਰੇ ਵਿੱਚ ਬੈਠੇ ਹੋਏ ਸੀ। ਉਹਨਾਂ ਦੇ ਕਮਰੇ ਦੀ ਛੋਟੀ ਲਾਈਟ ਜਗ ਰਹੀ ਸੀ। ਇੰਨੇ ਨੂੰ ਮੇਰੀ ਮਾਂ ਕਮਰੇ ਵਿੱਚ ਆਈ ਤੇ ਮੇਰੇ ਪਾਪਾ ਬੋਲੇ, ਸ਼ੁਕਰ ਹੈ ਗੀਤਾ, ਤੂੰ ਅੱਜ ਆਪਣੇ ਆਪ ਹੀ ਕਮਰੇ ਵਿੱਚ ਆ ਗਈ। ਪਾਪਾ ਇਹ ਬੜੀ ਹੀ ਖੁਸ਼ੀ ਨਾਲ ਕਹਿੰਦੇ ਹੋਏ ਮੇਰੀ ਮਾਂ ਨੂੰ ਆਪਣੇ ਕੋਲ ਬਿਠਾ ਲਿਆ। ਪਾਪਾ ਦੇ ਬਰਾਬਰ ਬੈਠਦੇ ਹੀ ਮੇਰੇ ਰੌਂਗਟੇ ਖੜੇ ਹੋ ਗਏ, ਕਿਉਂਕਿ ਉਹਨਾਂ ਦੇ ਕਮਰੇ ਵਿੱਚ ਮੈਨੂੰ ਇਸ ਤਰ੍ਹਾਂ ਨਹੀਂ ਜਾਣਾ ਚਾਹੀਦਾ ਸੀ, ਪਰ ਮੈਂ ਅੱਜ ਪੂਰਾ ਸੱਚ ਜਾਣਨਾ ਚਾਹੁੰਦੀ ਸੀ। ਪਾਪਾ ਕਹਿਣ ਲੱਗੇ, ਗੀਤਾ, ਜਦੋਂ ਤੂੰ ਮੇਰੇ ਨਾਲ ਰਹਿੰਦੀ ਹੈ ਤਾਂ ਮੈਨੂੰ ਬਹੁਤ ਸਕੂਨ ਮਿਲਦਾ ਹੈ। ਤੂੰ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀ, ਚੱਲ ਹੁਣ ਤੂੰ ਸਕੂਨ ਨਾਲ ਮੇਰੇ ਨਾਲ ਸੋ ਜਾ। ਮੈਂ ਤੈਨੂੰ ਆਪਣੇ ਕਰੀਬ ਪਾ ਕੇ ਬਹੁਤ ਸਕੂਨ ਮਹਿਸੂਸ ਕਰਦਾ ਹਾਂ। ਪਰ ਤੂੰ ਗੀਤਾ ਇਹ ਕਹਿ ਕੇ ਮੇਰੇ ਤੋਂ ਪਾਸੇ ਹੋ ਜਾਂਦੀ ਆ ਕਿ ਬੇਟੀ ਜਵਾਨ ਹੋ ਰਹੀ ਹੈ। ਮੈਨੂੰ ਜ਼ਬਰਦਸਤੀ ਤੈਨੂੰ ਆਪਣੇ ਕਮਰੇ ਵਿੱਚ ਬੁਲਾਉਣਾ ਪੈਂਦਾ। ਮੇਰਾ ਵੀ ਤਾਂ ਤੇਰੇ ਉੱਤੇ ਕੁਝ ਹੱਕ ਹੈ। ਮੰਨਿਆ ਕਿ ਆਪਣੀ ਬੇਟੀ ਜਵਾਨ ਹੋ ਗਈ ਹੈ, ਪਰ ਉਹ ਇੰਨੀ ਨਾ ਸਮਝ ਵੀ ਨਹੀਂ ਕਿ ਉਸ ਨੂੰ ਆਪਣੇ ਰਿਸ਼ਤੇ ਬਾਰੇ ਪਤਾ ਨਾ ਹੋਵੇ ਕਿ ਮਾਂ-ਬਾਪ ਇੱਕ ਕਮਰੇ ਵਿੱਚ ਇਕੱਠੇ ਸਾਥ ਰਹਿੰਦੇ ਨੇ। ਫਿਰ ਮੇਰੇ ਪਾਪਾ ਨੇ ਕਿਹਾ ਕਿ ਮੈਨੂੰ ਆਪਣੀ ਬੇਟੀ ਦੀ ਵੀ ਬਹੁਤ ਫਿਕਰ ਹੈ। ਮੈਂ ਥੋੜਾ ਕਰਕੇ ਉਸ ਦੇ ਲਈ ਪੈਸੇ ਵੀ ਜੋੜ ਰਹਾ ਹਾਂ ਤਾਂ ਕਿ ਉਸ ਦਾ ਧੂਮ-ਧਾਮ ਨਾਲ ਆਪਾਂ ਵਿਆਹ ਕਰ ਸਕੀਏ। ਉਸ ਦੇ ਬਾਅਦ ਪਾਪਾ ਨੇ ਜੋ ਕੁਝ ਵੀ ਕਿਹਾ, ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਹਨਾਂ ਨੇ ਕਿਹਾ, ਗੀਤਾ, ਮੈਂ ਜਾਣਦਾ ਹਾਂ ਕਿ ਵਿਜੇ ਮੇਰੀ ਗੈਰ ਮੌਜੂਦਗੀ ਵਿੱਚ ਆਪਣੇ ਘਰ ਆਉਂਦਾ ਹੈ, ਪਰ ਗੀਤਾ, ਮੈਂ ਤੈਨੂੰ ਦੱਸ ਦਵਾਂ, ਉਹ ਆਦਮੀ ਬਿਲਕੁਲ ਠੀਕ ਨਹੀਂ। ਉਸ ਦੀ ਨੀਅਤ ਵੀ ਸਹੀ ਨਹੀਂ। ਪਹਿਲਾਂ ਵੀ ਤੈਨੂੰ ਇੱਕ ਵਾਰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਚੁੱਕਿਆ ਹੈ ਅਤੇ ਹੁਣ ਤਾਂ ਸਾਡੇ ਘਰ ਆਪਣੀ ਜਵਾਨ ਬੇਟੀ ਵੀ ਹੈ। ਇਸ ਲਈ ਤੈਨੂੰ ਉਸ ਆਦਮੀ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ, ਕਿਉਂਕਿ ਉਹ ਕਦੀ ਵੀ ਕੁਝ ਵੀ ਗਲਤ ਕਰ ਸਕਦਾ। ਪਾਪਾ ਮੇਰੀ ਮਾਂ ਦੇ ਵਾਲਾਂ ਵਿੱਚ ਹੱਥ ਫੇਰ ਰਹੇ ਸੀ ਤੇ ਉਹ ਸੌ ਗਏ। ਮੈਂ ਵੀ ਹੌਲੀ ਕਰਕੇ ਕਮਰੇ ਵਿੱਚੋਂ ਬਾਹਰ ਨਿਕਲ ਆਈ। ਪਾਪਾ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਸੀ ਜਿਸ ਨਾਲ ਮੇਰੀ ਮਾਂ ਸਵੇਰੇ ਉੱਠਦੀ ਇੰਨੀ ਤਕਲੀਫ ਵਿੱਚ ਹੋ ਜਾਵੇ। ਪਰ ਵਿਜੇ ਅੰਕਲ ਅਤੇ ਮੇਰੀ ਮਾਂ ਨੂੰ ਲੈ ਕੇ ਮੇਰੇ ਦਿਲ ਵਿੱਚ ਬਹੁਤ ਸਵਾਲ ਜਨਮ ਲੈ ਚੁੱਕੇ ਸੀ। ਅਗਲੀ ਸਵੇਰ ਪਾਪਾ ਬਹੁਤ ਖੁਸ਼ ਲੱਗ ਰਹੇ ਸੀ। ਪਾਪਾ ਦੇ ਰਵੱਈਏ ਵਿੱਚ ਅੱਜ ਖਾਸ ਬਦਲਾਅ ਨਜ਼ਰ ਨਹੀਂ ਆਇਆ ਸੀ। ਮੈਂ ਸਕੂਲ ਚਲੀ ਗਈ ਤੇ ਸਕੂਲੋਂ ਵਾਪਸ ਆਉਂਦੀ ਹੋਈ ਨੇ ਦੇਖਿਆ ਕਿ ਵਿਜੇ ਅੰਕਲ ਦੀ ਗੱਡੀ ਸਾਡੇ ਦਰਵਾਜ਼ੇ ਤੇ ਬਾਹਰ ਖੜੀ ਸੀ। ਉਹਨਾਂ ਦੀ ਗੱਡੀ ਦੇਖ ਕੇ ਮੈਂ ਅੱਜ ਚੋਰਾਂ ਦੀ ਤਰ੍ਹਾਂ ਦੱਬੇ ਪੈਰੀ ਅੰਦਰ ਵੜੀ
ਮੇਰੀ ਮਾਂ ਅਤੇ ਵਿਜੇ ਅੰਕਲ ਕਮਰੇ ਵਿੱਚ ਬੈਠੇ ਇਕੱਠੇ ਗੱਲਾਂ ਕਰ ਰਹੇ ਸੀ ਤੇ ਉਹਨਾਂ ਨੂੰ ਮੇਰੀ ਮੌਜੂਦਗੀ ਦਾ ਬਿਲਕੁਲ ਵੀ ਅਹਿਸਾਸ ਨਹੀਂ ਹੋਇਆ। ਜੋ ਕੁਝ ਵੀ ਮੈਂ ਆਪਣੇ ਕੰਨਾਂ ਰਾਹੀਂ ਸੁਣਿਆ, ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਆ ਰਿਹਾ ਸੀ। ਮਾਂ ਵਿਜੇ ਅੰਕਲ ਨੂੰ ਕਹਿ ਰਹੀ ਸੀ ਕਿ ਮੈਂ ਆਪਣੀ ਬੇਟੀ ਦੇ ਮਨ ਵਿੱਚ ਉਸ ਦੇ ਬਾਪ ਦੇ ਖਿਲਾਫ ਪੂਰੀ ਤਰ੍ਹਾਂ ਨਫ਼ਰਤ ਦਾ ਬੀਜ ਦਿੱਤਾ ਹੈ ਅਤੇ ਹੁਣ ਉਹ ਦਿਨ ਦੂਰ ਨਹੀਂ ਜਦੋਂ ਮੇਰੀ ਬੇਟੀ ਆਪਣੇ ਹੀ ਬਾਪ ਦੇ ਖਿਲਾਫ ਖੜੀ ਹੋ ਜਾਵੇਗੀ। ਮੈਂ ਆਪਣੀ ਬੇਟੀ ਦੇ ਮਨ ਅੰਦਰ ਇਹ ਗੱਲ ਬਹੁਤ ਵਧੀਆ ਤਰੀਕੇ ਨਾਲ ਬਿਠਾ ਦਿੱਤੀ ਹੈ ਕਿ ਉਸ ਦਾ ਬਾਪ ਮੇਰੇ ਤੇ ਜ਼ੁਲਮ ਕਰਦਾ ਹੈ। ਇੱਕ ਦਿਨ ਤਾਂ ਮੈਂ ਖੁਦ ਹੀ ਆਪਣੇ ਕੱਪੜੇ ਪਾੜ ਦਿੱਤੇ ਤਾਂ ਕਿ ਮੇਰੀ ਬੇਟੀ ਨੂੰ ਲੱਗੇ ਕਿ ਉਸ ਦਾ ਬਾਪ ਮੇਰੇ ਉੱਤੇ ਕਿਸ ਕਦਰ ਜ਼ੁਲਮ ਕਰਦਾ ਹੈ, ਕਿਉਂਕਿ ਮੈਂ ਹੁਣ ਚਾਹੁੰਦੀ ਹਾਂ ਕਿ ਮੈਂ ਉਸ ਬੁੱਢੇ ਨੂੰ ਆਪਣੀ ਜ਼ਿੰਦਗੀ ਵਿੱਚੋਂ ਕੱਢ ਦਾਂ। ਮੇਰੀ ਬੇਟੀ ਢਾਲ ਬਣ ਕੇ ਮੇਰੇ ਨਾਲ ਖੜੀ ਹੋ ਜਾਵੇ। ਮੇਰੀ ਬੇਟੀ ਜਦੋਂ ਖੁਦ ਮੇਰੀ ਬੇਗੁਨਾਹੀ ਅਤੇ ਆਪਣੇ ਬਾਪ ਦੀ ਜ਼ੁਲਮ ਦੀ ਦਾਸਤਾਂ ਲੋਕਾਂ ਨੂੰ ਸੁਣਾਵੇਗੀ ਤਾਂ ਲੋਕ ਉਸ ਬੁੱਢੇ ਨੂੰ ਹੀ ਗਲਤ ਸਮਝਣਗੇ ਅਤੇ ਮੈਂ ਆਪਣੀ ਬੇਟੀ ਨੂੰ ਲੈ ਕੇ ਤੇਰੇ ਕੋਲ ਤੇਰੀ ਜ਼ਿੰਦਗੀ ਵਿੱਚ ਹਮੇਸ਼ਾ ਲਈ ਆ ਜਾਵਾਂਗੀ। ਵਿਜੇ, ਮੈਂ ਤਾਂ ਬਸ ਇਹੀ ਚਾਹੁੰਦੀ ਹਾਂ ਕਿ ਮੇਰੀ ਬੇਟੀ ਨੂੰ ਹੀ ਪਤਾ ਨਾ ਲੱਗੇ ਕਿ ਉਸ ਦਾ ਬਾਪ ਜ਼ੁਲਮ ਕਰਦਾ ਹੈ ਤੇ ਨਾ ਹੀ ਆਪਾਂ ਉਹਨੂੰ ਜ਼ਾਲਮ ਸਾਬਤ ਕਰਨਾ ਚਾਹੁੰਦੇ ਹਾਂ। ਮਾਂ ਨੇ ਵਿਜੇ ਅੰਕਲ ਨੂੰ ਯਕੀਨ ਦਿਵਾਉਂਦੇ ਹੋਏ ਕਿਹਾ, ਜੀ ਬਿਲਕੁਲ ਉਵੇਂ ਹੀ ਹੋਵੇਗਾ ਜਿਵੇਂ ਆਪਾਂ ਨੇ ਸੋਚ ਕੇ ਰੱਖਿਆ ਹੈ। ਉਹ ਦੋਨੋਂ ਇਹ ਸਭ ਗੱਲਾਂ ਕਰਦੇ ਹੱਸ ਪਏ ਅਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਮੇਰੀ ਮਾਂ ਸਿਰਫ ਮੈਨੂੰ ਹੀ ਨਹੀਂ ਬਲਕਿ ਮੇਰੇ ਬਾਪ ਨੂੰ ਵੀ ਪੂਰੇ ਤਰੀਕੇ ਨਾਲ ਧੋਖਾ ਦੇ ਰਹੀ ਸੀ। ਉਹ ਮੇਰੇ ਪਾਪਾ ਦੇ ਨਾਲ ਰਹਿ ਕੇ ਵੀ ਇੱਕ ਗੈਰ ਮਰਦ ਦੇ ਨਾਲ ਰਹਿਣਾ ਚਾਹੁੰਦੀ ਸੀ। ਇਹ ਸਭ ਜਾਣਨ ਤੋਂ ਬਾਅਦ ਮੈਨੂੰ ਪਾਪਾ ਦੀ ਉਹ ਰਾਤ ਵਾਲੀ ਗੱਲ ਯਾਦ ਆ ਗਈ ਕਿ ਵਿਜੇ ਨੇ ਪਹਿਲਾਂ ਵੀ ਆਪਣੇ ਘਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਹੁਣ ਸਾਰਾ ਕੁਝ ਸਮਝ ਗਈ ਸੀ, ਇਸ ਲਈ ਕਮਰੇ ਦੇ ਅੰਦਰ ਦਾਖਲ ਹੋ ਗਈ। ਵਿਜੇ ਅੰਕਲ ਮੈਨੂੰ ਦੇਖ ਕੇ ਘਬਰਾ ਕੇ ਉੱਠ ਖੜੇ ਹੋਏ। ਮੈਂ ਸਵਾਲੀਆ ਨਜ਼ਰਾਂ ਨਾਲ ਆਪਣੀ ਮਾਂ ਨੂੰ ਦੇਖਿਆ ਅਤੇ ਪੁੱਛਿਆ ਕਿ ਆਖਿਰ ਮੇਰੇ ਪਾਪਾ ਵਿੱਚ ਕੀ ਕਮੀ ਸੀ ਜੋ ਇਸ ਆਦਮੀ ਦੇ ਨਾਲ ਮਿਲ ਕੇ ਉਸ ਨੂੰ ਧੋਖਾ ਦੇ ਰਹੇ ਹੋ। ਮਾਂ ਨੂੰ ਅਹਿਸਾਸ ਹੋ ਗਿਆ ਸੀ ਤੇ ਮੈਂ ਉਹਨਾਂ ਦੋਹਾਂ ਦੀਆਂ ਗੱਲਾਂ ਸੁਣ ਲਈਆਂ। ਇਸ ਲਈ ਉਹ ਆਪਣੇ ਮਨ ਦੀ ਗੱਲ ਦੱਸਣ ਲੱਗੀ ਕਿ ਵਿਆਹ ਤੋਂ ਪਹਿਲਾਂ ਉਹ ਵਿਜੇ ਅੰਕਲ ਨੂੰ ਪਿਆਰ ਕਰਦੀ ਅਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਸੀ, ਪਰ ਉਸ ਵਕਤ ਵਿਜੇ ਨੇ ਮਾਂ ਨਾਲ ਵਿਆਹ ਕਰਾਉਣ ਲਈ ਇਨਕਾਰ ਕਰ ਦਿੱਤਾ ਸੀ ਅਤੇ ਆਪਣਾ ਕਰੀਅਰ ਬਣਾਉਣ ਲਈ ਵਿਦੇਸ਼ ਚਲਾ ਗਿਆ। ਮਾਂ ਦਾ ਵਿਆਹ ਜ਼ਬਰਦਸਤੀ ਪਾਪਾ ਨਾਲ ਕਰਵਾ ਦਿੱਤਾ ਗਿਆ। ਮੇਰੇ ਪਾਪਾ ਬਹੁਤ ਵਧੀਆ ਇਨਸਾਨ ਸੀ, ਪਰ ਮੇਰੀ ਮਾਂ ਕਿਸੇ ਤਰ੍ਹਾਂ ਉਹਨਾਂ ਨੂੰ ਝੱਲ ਰਹੀ ਸੀ ਕਿਉਂਕਿ ਮੇਰੇ ਪਾਪਾ ਮੇਰੀ ਮਾਂ ਨੂੰ ਪਸੰਦ ਨਹੀਂ ਸੀ। ਮੇਰੀ ਮਾਂ ਦੇ ਵਿਆਹ ਤੋਂ ਬਾਅਦ ਦੁਬਾਰਾ ਵਿਜੇ ਅੰਕਲ ਮੇਰੀ ਮਾਂ ਦੀ ਜ਼ਿੰਦਗੀ ਵਿੱਚ ਆ ਗਏ। ਇਹ ਗੱਲ ਮੇਰੇ ਪਾਪਾ ਨੂੰ ਪਤਾ ਲੱਗ ਗਈ ਸੀ, ਪਰ ਇੰਨਾ ਕੁਝ ਹੋਣ ਤੋਂ ਬਾਅਦ ਵੀ ਮੇਰੇ ਪਾਪਾ ਨੇ ਮੇਰੀ ਮਾਂ ਨੂੰ ਅਪਣਾ ਲਿਆ। ਵਿਜੇ ਅੰਕਲ ਫਿਰ ਵਿਦੇਸ਼ ਚਲੇ ਗਏ, ਪਰ ਉੱਥੇ ਉਹਨਾਂ ਦੇ ਪੈਰ ਨਾ ਲੱਗੇ। ਉਹ ਵਾਪਸ ਇੰਡੀਆ ਆ ਗਏ ਅਤੇ ਮੇਰੀ ਮਾਂ ਦੀ ਜ਼ਿੰਦਗੀ ਵਿੱਚ ਸ਼ਾਮਲ ਹੋ ਗਏ। ਇਸ ਸਭ ਜਾਣਨ ਤੋਂ ਬਾਅਦ ਮੈਨੂੰ ਵਿਜੇ ਅੰਕਲ ਦੀਆਂ ਅੱਖਾਂ ਵਿੱਚ ਆਪਣੇ ਲਈ ਹਵਸ ਦਿਖਾਈ ਦਿੱਤੀ। ਮੈਂ ਸਮਝ ਗਈ ਸੀ ਕਿ ਉਹਨੂੰ ਮੇਰੀ ਮਾਂ ਲਈ ਨਹੀਂ ਬਲਕਿ ਮੇਰੇ ਲਈ ਮੇਰੀ ਮਾਂ ਦੀ ਜ਼ਿੰਦਗੀ ਵਿੱਚ ਆਏ ਸੀ ਅਤੇ ਆਪਣੀ ਹਵਸ ਪੂਰੀ ਕਰਕੇ ਮੈਨੂੰ ਤੇ ਮੇਰੀ ਮਾਂ ਨੂੰ ਛੱਡ ਦਿੰਦੇ। ਇਸ ਲਈ ਮੈਂ ਆਪਣੀ ਮਾਂ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਜੇ ਉਹ ਵਿਜੇ ਅੰਕਲ ਨਾਲ ਜਾਣਾ ਚਾਹੁੰਦੀ ਹੈ ਤਾਂ ਖੁਸ਼ੀ-ਖੁਸ਼ੀ ਜਾ ਸਕਦੀ ਹੈ। ਮੈਂ ਆਪਣੇ ਵੱਲੋਂ ਤੁਹਾਨੂੰ ਆਜ਼ਾਦ ਕਰਦੀ ਹਾਂ, ਪਰ ਮੈਂ ਆਪਣੇ ਭੋਲੇ-ਭਾਲੇ ਬਾਪ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ। ਇਹ ਸਭ ਜਾਣਨ ਤੋਂ ਬਾਅਦ ਮੈਂ ਪਰਮਾਤਮਾ ਦੀ ਸ਼ੁਕਰਗੁਜ਼ਾਰ ਸੀ, ਕਿਉਂਕਿ ਜੇ ਇਹ ਮੇਰੇ ਸਾਹਮਣੇ ਸਾਰਾ ਸੱਚ ਨਾ ਹੁੰਦਾ ਤਾਂ ਸ਼ਾਇਦ ਮੈਂ ਕੋਈ ਗਲਤ ਫੈਸਲਾ ਕਰ ਬੈਠਦੀ। ਮੇਰੇ ਮੂੰਹ ਵਿੱਚੋਂ ਇਹ ਸਭ ਸੁਣਨ ਤੋਂ ਬਾਅਦ ਮੇਰੀ ਮਾਂ ਵਿਜੇ ਅੰਕਲ ਦੇ ਨਾਲ ਜਾਣ ਲਈ ਤਿਆਰ ਸੀ, ਪਰ ਵਿਜੇ ਅੰਕਲ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਉਸ ਦੇ ਹੱਥ ਨਹੀਂ ਆਉਣ ਵਾਲੀ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਫਿਰ ਇੱਕ ਵਾਰੀ ਮੇਰੀ ਮਾਂ ਨੂੰ ਛੱਡ ਗਏ। ਮਾਂ ਨੂੰ ਜਦੋਂ ਪਤਾ ਲੱਗਿਆ ਕਿ ਵਿਜੇ ਅੰਕਲ ਮੇਰੇ ਲਈ ਨਹੀਂ ਬਲਕਿ ਮੇਰੀ ਧੀ ਦੀ ਵਜ੍ਹਾ ਕਰਕੇ ਚੱਕਰ ਕੱਢ ਰਹੇ ਸੀ ਤਾਂ ਉਹ ਬਹੁਤ ਸ਼ਰਮਿੰਦਾ ਹੋ ਗਈ। ਸ਼ਾਮ ਨੂੰ ਜਦੋਂ ਪਾਪਾ ਘਰ ਆਏ ਤਾਂ ਮਾਂ ਉਹਨਾਂ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਆਈ। ਮਾਂ ਦਾ ਇਹ ਵਰਤਾਓ ਦੇਖ ਕੇ ਪਾਪਾ ਵੀ ਬਹੁਤ ਖੁਸ਼ ਲੱਗ ਰਹੇ ਸੀ। ਵਾਕਿਆ ਹੀ ਮੇਰੇ ਪਾਪਾ ਮੇਰੀ ਮਾਂ ਨੂੰ ਬਹੁਤ ਪਿਆਰ ਕਰਦੇ ਸੀ। ਇੰਨੇ ਸਾਲਾਂ ਬਾਅਦ ਮੇਰੀ ਮਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਮੇਰੇ ਪਾਪਾ ਨੂੰ ਦਿਲ ਤੋਂ ਅਪਣਾਇਆ। ਕਦੇ-ਕਦੇ ਅਸੀਂ ਪਿਆਰ ਤੋਂ ਅਜਿਹਾ ਧੋਖਾ ਖਾਂਦੇ ਹਾਂ ਕਿ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਿਲ ਵੀ ਨਹੀਂ ਰਹਿੰਦੇ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਗੀਤਾ ਦਾ ਪਤੀ ਆਪਣੀ ਪਤਨੀ ਨੂੰ ਦਿਲ ਤੋਂ ਸੱਚਾ ਪਿਆਰ ਕਰਦਾ ਸੀ, ਪਰ ਉਸ ਦੀ ਪਤਨੀ ਗੀਤਾ ਭਟਕੀ ਹੋਈ ਗਲਤ ਰਸਤੇ ਤੇ ਚੱਲ ਰਹੀ ਸੀ। ਪਰ ਉਸ ਦੀ ਬੇਟੀ ਨੇ ਆਪਣੀ ਜ਼ਿੰਦਗੀ ਦੇ ਨਾਲ-ਨਾਲ
ਆਪਣੀ ਮਾਂ ਤੇ ਆਪਣੇ ਪਿਤਾ ਦੀ ਜ਼ਿੰਦਗੀ ਨੂੰ ਵੀ ਬਰਬਾਦ ਹੋਣ ਤੋਂ ਬਚਾ ਲਿਆ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।